ਬੁੱਧਵਾਰ ਨੂੰ ਚੰਡੀਗੜ੍ਹ ਨਗਰ ਨਿਗਮ ਦੀ ਇੱਕ ਬੈਠਕ ਹੋਈ। ਚੰਡੀਗੜ੍ਹ ਨਗਰ ਨਿਗਮ ਦੀ ਬੈਠਕ ਦੇ ਵਿੱਚ 16 ਅਹਿਮ ਏਜੰਡੇ ਪਾਸ ਕੀਤੇ ਗਏ ਨੇ। ਇਹਨਾਂ ਵਿੱਚੋਂ ਸਭ ਤੋਂ ਪਹਿਲਾਂ ਕੰਟਰੈਕਟ ਅਤੇ ਡੇਲੀ ਵੇਜ ਦੇ ਉਹਨਾਂ ਕਰਮਚਾਰੀਆਂ ਦੇ ਲਈ ਖੁਸ਼ੀ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ, ਜਿਨ੍ਹਾਂ ਨੂੰ ਨਿਗਮ ਹੁਣ ਰੈਗੂਲਰ ਕਰਨ ਜਾ ਰਿਹਾ ਹੈ, ਜੋ ਬੀਤੇ ਤਕਰੀਬਨ 10 ਅਤੇ 15 ਸਾਲ ਤੋਂ ਐਮਸੀ ਦੇ ਵਿੱਚ ਕੰਮ ਕਰ ਰਹੇ ਨੇ। ਇਸ ਤੋਂ ਬਿਨਾਂ ਸਮਾਰਟ ਵਾਚ ਦਾ ਮੁੱਦਾ ਵੀ ਚਰਚਾ ਦਾ ਵਿਸ਼ਾ ਬਣਿਆ, ਜਿਸ ਨੂੰ ਲੈ ਕੇ ਫੈਸਲਾ ਆ ਗਿਆ ਹੈ ਕਿ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਸਮਾਰਟ ਵਾਚ ਪਹਿਨਣੀ ਪਵੇਗੀ। ਤੁਹਾਨੂੰ ਦੱਸ ਦਈਏ ਕਿ ਘੜੀਆਂ ਦਾ ਮੁੱਦਾ ਇਸ ਤੋਂ ਪਹਿਲਾਂ ਵੀ ਗਰਮਾਇਆ ਸੀ, ਜਿਸ ਤੋਂ ਬਾਅਦ ਇੱਕ ਕਮੇਟੀ ਬਣਾਈ ਗਈ ਸੀ। ਹਾਲਾਂਕਿ ਇਸ ਵਿੱਚੋਂ ਕੁਝ ਵੀ ਨਿਕਲ ਕੇ ਸਾਹਮਣੇ ਨਹੀਂ ਆਇਆ। ਇਸ ਤੋਂ ਇਲਾਵਾ ਸੈਕਟਰ 23 ਦੇ ਬੂਥਾਂ ਦਾ ਵੀ ਏਜੰਡਾ ਪਾਸ ਕੀਤਾ ਗਿਆ, ਜਿਸ ਦੇ ਤਹਿਤ ਹੁਣ ਦੁਕਾਨਦਾਰਾਂ ਨੂੰ 5100 ਰੁਪਏ ਪਲੱਸ GST ਦੇਣਾ ਹੋਵੇਗਾ ਅਤੇ ਉਹਨਾਂ ਨੂੰ ਓਨਰਸ਼ਿਪ ਵੀ ਦਿੱਤੀ ਜਾਵੇਗੀ ਅਤੇ ਗਾਰਬੇਜ ਪ੍ਰੋਸੈਸਿੰਗ ਪਲਾਂਟ ਵਿੱਚ ਨਵੀਂ ਤਕਨੀਕ ਲਿਆਂਦੀ ਜਾਵੇਗੀ। ਇਸ ਤੋਂ ਬਿਨਾਂ ਕਈ ਰੋਡ ਅਤੇ ग्रीन बेल्ट के एजेंडे भी पास किए गए हैं। आज लगभग 16 के करीब एजेंडे थे और जिसमें एक तो GPS के बातचीत जो है एम्प्लाई की उसके लिए था और हमारे कॉन्ट्रेक्चुअल एम्प्लाई जो मेन एजेंडे थे उनमें उनको रेगुलर करने का था, जो आज तक 10-15 सालों से जो जॉब कर रहे हैं कॉरपोरेशन में, उनको रेगुलर नहीं, उनका आज हमने एक पॉलिसी बना के उनको, ताकि उनको रेगुलर हो सकें, वो पॉलिसी बना के आज एडमिनिस्ट्रेशन को भेजी। इसके अलावा डेवलपमेंट के और एजेंडे थे। सर, एक गार्बेज को लेके भी एजेंडा रखा गया था, वो क्या उसके मामले के? ऐसा है, गार्बेज प्लांट जो हम नया सेटअप करने जा रहे हैं उसके लिए इम्प्रेशन ऑफ इंटरेस्ट मंगाए थे, जिसमें लगभग 13 के करीब कंपनियों ने पार्टिसिपेट करा था। उनमें से 11 ने अपनी प्रेजेंटेशन दी थी। वो आज सदन में लेके आए थे कि कौन कौन सी टेक्नोलॉजी जो है वो लेटेस्ट आई है और किस पे हम जाना चाहते हैं। तो उसमें सदन ने यही कहा कि पहले जो वो प्रेजेंटेशन जो उन लोगों ने दी है वो सारे हाउस के मेंबर्स को दिखा दें, देन उसके बाद उस पर डिसीजन लेंगे कि कौन सी टेक्नोलॉजी और लेटेस्ट टेक्नोलॉजी पे हमें जाना है प्लांट लगाने। देखिए, इस पर चर्चा हुई थी और पीछे 3 महीने पहले जब बात हुई थी तो उस समय एक कमेटी बनाई गई थी कि इसकी फाइंडिंग्स लेके आओ, जो इन्होंने कंप्लेंट करी थी। तो उसमें मैक्सिमम जो कंप्लेंट ये थी कि घड़ी चार्ज नहीं करी, ऑन नहीं हुई, बंद थी, ये थी। और 1-2 कंप्लेंटें थी जो इन्होंने कहा था कि आउट स्टेशन की कहीं लोकेशन दिखा रहे थे। तो ऐसा उसमें जो सारी फाइंडिंग ऑफिसर्स ने भी करी है, कमेटी ने भी करी है, तो उसमें ऐसा कोई वो नहीं आया, क्योंकि बाकी डिपार्टमेंट के जो लोग हैं वो उसको मान रहे। 4000 घड़ी है तो बाकी सारे डिपार्टमेंट के लोग भर रहे हैं, उनमें से किसी की भी एक भी कंप्लेंट नहीं है। तो उसको लगभग 16 एजेंडिਆਂ ਦੇ ਉੱਤੇ ਚਰਚਾ ਹੋਈ ਹੈ और ਸਾਰੀ ਪਾਸ ਹੋਏ ਆ। ਇਹਦੇ ਵਿੱਚ ਮਹੱਤਵਪੂਰਨ ਹੈ ਕਿ ਜਿਹੜੇ ਸਾਡੇ ਗਾਰਬੇਜ ਪ੍ਰੋਸੈਸਿੰਗ ਪਲਾਂਟ ਹੈ ਉਸ ਨਵੀਂ ਟੈਕਨੋਲੋਜੀ ਬਾਰੇ ਏਜੰਡਾ ਆਇਆ ਸੀ। ਉਹ 11 ਕੰਪਨੀਆਂ ਆਈਆਂ ਸੀ। ਹੁਣ ਅਸੀਂ ਉਹਨਾਂ ਨੂੰ ਕਿਹਾ ਕਿ ਇਹਦੇ 'ਚ ਅਸੀਂ ਤੇਜ਼ੀ ਨਹੀਂ ਕਰਨੀ। ਇੱਕ ਵਾਰੀ ਅਸੀਂ ਸਾਰੇ ਲੋਕ ਵੀ ਉਹ ਸਾਰੀਆਂ ਪ੍ਰੈਜੈਂਟੇਸ਼ਨਾਂ ਦੇਖ ਕੇ ਫਿਰ ਟੈਕਨੋਲੋਜੀ ਕੀ ਹੈ, ਲੇਟੈਸਟ ਟੈਕਨੋਲੋਜੀ ਚੰਡੀਗੜ੍ਹ ਦੇ ਲਈ ਕੀ ਸੂਟ ਕਰਦਾ, ਉਹ ਅਸੀਂ ਡਿਸਾਈਡ ਕਰਾਂਗੇ ਔਰ ਉਸੇ ਟੈਕਨੋਲੋਜੀ ਦਾ ਪਲਾਂਟ ਅਸੀਂ ਲਗਾਵਾਂਗੇ। ਦੂਸਰਾ, ਸਾਡੇ ਜਿਹੜੇ ਨਈ ਲੈਂਡਫਿਲ ਹੈ, ਸੈਨੇਟਰੀ ਲੈਂਡਫਿਲ ਡੱਡੂ ਮਾਜਰਾ ਦੇ ਵਿੱਚ ਨਈ ਟੈਕਨੋਲੋਜੀ ਦੇ ਨਾਲ, ताकि कूड़ा जो है ठीक तरीके ਨਾਲ डंप हो सके, ਉਹਦਾ ਵੀ ਏਜੰਡਾ ਅੱਜ ਪਾਸ ਹੋਇਆ। कुछ ग्रीन बेल्टां ਦੇ कुछ रोड्स ਦੇ ਏਜੰਡੇ ਪਾਸ ਹੋਏ ਨੇ और एक बड़ा महत्वपूर्ण ਜਿਹੜਾ 23 ਸੈਕਟਰ ਦੇ ਸ਼ੋਰੂਮ ਸੀਗੇ और ਬੂਥ ਸੀਗੇ, ਉਹਨਾਂ ਦਾ 5100 ਰੁਪਈਆ ਰੈਂਟ ਪਲੱਸ GST और ਉਹਨਾਂ ਨੂੰ ਓਨਰਸ਼ਿਪ ਦਿੱਤੀ ਜਾਵੇ। ਇਸ ਤਰ੍ਹਾਂ ਦਾ ਏਜੰਡਾ ਅੱਜ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਜਿਹੜਾ ਹੈਗਾ, ਜਿਹੜੇ ਸਾਡੇ ਕੰਟਰੈਕਚੁਅਲ ਇੰਪਲਾਈਜ਼ ਸੀਗੇ ਕਾਰਪੋਰੇਸ਼ਨ ਦੇ और ਇਹਦੇ ਨਾਲ ਨਾਲ ਜਿਹੜੇ ਸਾਡੇ ਡੇਲੀ ਵੇਜਰ ਸੀਗੇ ਜਾਂ ਹੋਰ ਕੋਈ ਇੰਪਲਾਈ ਸੀਗੇ, ਉਹ ਸਾਰੇ ਇੰਪਲਾਈਜ਼ ਲਗਭਗ ਕਰੀਬ 300-400 ਇੰਪਲਾਈਜ਼ ਨੂੰ ਰਾਹਤ ਮਿਲੀ ਹੈ, ਉਹ ਰੈਗੂਲਰ ਹੋਣਗੇ ਔਰ ਇਸ ਦੇ ਨਾਲ ਨਵੀਆਂ ਭਰਤੀਆਂ ਵੀ ਜਿਹੜੀਆਂ ਹੈਗੀਆਂ ਉਹ ਹੋਣਗੀਆਂ। ਉਹਨਾਂ ਦੇ ਲਈ ਅਸੀਂ ਨਵੀਆਂ ਹੋਰ ਸੈਂਕਸ਼ਨ ਪੋਸਟਾਂ ਬਣੀਆਂ। ਇਸ ਤੋਂ ਪਹਿਲਾਂ ਮੇਅਰ ਰਵੀਕਾਂਤ ਸ਼ਰਮਾ ਅਤੇ ਕਾਂਗਰਸ ਦਲ ਦੇ ਆਗੂ ਦਵਿੰਦਰ ਸਿੰਘ ਬਬਲਾ ਦੇ ਵਿੱਚ ਖੂਬ ਤੂਤੂ ਮੈਬੇ ਵੀ ਹੋਈ। ਬਬਲਾ ਨੇ ਡਰਾਈਵਰਾਂ ਦੀ ਭਰਤੀ ਦਾ ਮੁੱਦਾ ਉਠਾਇਆ ਅਤੇ ਉਹਨਾਂ ਮੇਅਰ ਦੇ ਉੱਪਰ ਵੀ ਗੰਭੀਰ ਇਲਜ਼ਾਮ ਲਗਾਏ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ।